हेलो। हाँ जी, 7th क्लास स्टूडेंट्स, हाउ आर यू? बेटा किस तर੍ਹਾਂ ਚੱਲ ਰਿਹਾ ਲੋਕਡਾਊਨ ਪੀਰੀਅਡ? ਕਿਸ ਤਰ੍ਹਾਂ ਤੁਸੀਂ ਆਪਣਾ ਸਮਾਂ ਬਿਤਾ ਰਹੇ ਹੋ? ਮੈਨੂੰ ਲੱਗਦਾ ਜ਼ਿਆਦਾ ਸਮਾਂ ਤਾਂ ਮੋਬਾਈਲ ਦੇ ਉੱਪਰ ਹੀ ਬੀਤਦਾ ਹੋਏਗਾ ਅੱਜ ਕੱਲ੍ਹ, ਕਿਉਂਕਿ ਸਾਰਿਆਂ ਵਿਸ਼ਿਆਂ ਦੀਆਂ ਕਲਾਸਾਂ ਆਨਲਾਈਨ ਮੋਬਾਈਲ ਦੇ ਉੱਪਰ ਹੀ ਲੱਗ ਰਹੀਆਂ ਹਨ। ਚਾਹੇ ਉਹ WhatsApp 'ਤੇ ਲੈਸਨ ਆ ਰਹੇ ਨੇ, ਚਾਹੇ ਉਹ ਟੈਲੀਵਿਜ਼ਨ 'ਤੇ ਆ ਰਹੇ ਨੇ ਜਾਂ ਫਿਰ YouTube 'ਤੇ। ਚਲੋ ਕੋਈ ਗੱਲ ਨਹੀਂ, ਇਹ ਸਮਾਂ ਵੀ ਲੰਘ ਜਾਏਗਾ ਅਤੇ ਜਲਦੀ ਹੀ ਸਕੂਲ ਖੁੱਲ੍ਹ ਜਾਣਗੇ ਅਤੇ ਤੁਸੀਂ ਫਿਰ ਉਸੇ ਤਰ੍ਹਾਂ ਰੈਗੂਲਰ ਕਲਾਸਰੂਮ ਦੇ ਵਿੱਚ ਪੜ੍ਹਾਈ ਕਰੋਗੇ। ਅਤੇ ਜਿੰਨਾ ਸਮਾਂ ਸਾਨੂੰ ਹੁਣ ਇਸ ਲੋਕਡਾਊਨ ਕਰਕੇ ਘਰ ਰਹਿਣਾ ਪੈ ਰਿਹਾ ਹੈ ਅਤੇ ਅਸੀਂ ਇਸ ਦਾ ਪੂਰਾ ਫਾਇਦਾ ਉਠਾਈਏ ਅਤੇ ਮੋਬਾਈਲ ਰਾਹੀਂ ਅਸੀਂ ਆਨਲਾਈਨ ਪੜ੍ਹਾਈ ਕਰੀਏ। ਤੋ ਬੇਟਾ ਅੱਜ ਦੀ ਰੋਜ਼ਾਨਾ ਖੁਰਾਕ ਤੀਸਰੀ ਕੜੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹਾਂ। ਪਾਠ ਨੰਬਰ 21 ਲੋਕਤੰਤਰ ਅਤੇ ਸਮਾਨਤਾ। ਸੋ ਲੋਕਤੰਤਰ ਬਾਰੇ ਗੱਲ ਸ਼ੁਰੂ ਕੀਤੀ ਸੀ। ਬੇਟਾ ਲੋਕਤੰਤਰ ਦੇ ਵਿਕਾਸ ਸਮੇਂ ਸਿੱਧੇ ਲੋਕਤੰਤਰ ਤੋਂ ਇਸ ਦਾ ਰੂਪ ਪ੍ਰਤੀਨਿਧੀ ਲੋਕਤੰਤਰ ਵਿੱਚ ਬਦਲ ਗਿਆ। ਪਹਿਲਾਂ ਬੇਟਾ ਪੁਰਾਣੇ ਯੁੱਗ ਵਿੱਚ ਸਿੱਧਾ ਲੋਕਤੰਤਰ ਹੀ ਚੱਲਦਾ ਸੀ, ਲੇਕਿਨ ਹੁਣ ਜਨਸੰਖਿਆ ਦੇ ਵਧਣ ਨਾਲ ਅਤੇ ਵਿਕਾਸ ਹੋਣ ਦੇ ਨਾਲ ਲੋਕਤੰਤਰ ਦਾ ਰੂਪ ਵੀ ਬਦਲ ਗਿਆ ਹੈ ਅਤੇ ਸਰਵ ਵਿਆਪਕ ਮਤ ਅਧਿਕਾਰ ਨਾਲ ਵੋਟਾਂ ਦੀ ਗਿਣਤੀ ਵੱਧ ਗਈ ਹੈ। ਲੋਕ ਚੋਣਾਂ ਰਾਹੀਂ ਆਪਣੇ ਪ੍ਰਤੀਨਿਧੀਆਂ ਨੂੰ ਚੁਣ ਕੇ ਭੇਜਦੇ ਹਨ। ਸਰਕਾਰ ਦਾ ਨਿਰਮਾਣ ਕਰਨ ਵਾਸਤੇ ਜਿਹੜੇ ਪ੍ਰਤੀਨਿਧੀਆਂ ਨੂੰ ਅਸੀਂ ਵੋਟਾਂ ਪਾ ਕੇ ਜਿਤਾਉਂਦੇ ਹਾਂ, ਉਹ ਲੋਕ ਅੱਗੋਂ ਜਾ ਕੇ ਸਰਕਾਰ ਬਣਾਉਂਦੇ ਹਨ। ਇਹ ਪ੍ਰਤੀਨਿਧੀ ਕਾਨੂੰਨ ਬਣਾਉਣ ਅਤੇ ਉਹਨਾਂ ਨੂੰ ਲਾਗੂ ਕਰਨ ਦਾ ਕੰਮ ਕਰਦੇ ਹਨ। ਅਜਿਹੇ ਲੋਕਤੰਤਰ ਨੂੰ ਸਿੱਧਾ ਜਾਂ ਪ੍ਰਤੀਨਿਧੀ ਲੋਕਤੰਤਰ ਕਹਿੰਦੇ ਹਨ। ਸਵਿਟਜ਼ਰਲੈਂਡ ਇੱਕਮਾਤਰ ਐਸਾ ਦੇਸ਼ ਹੈ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਹੈ, ਜਿੱਥੇ ਅੱਜ ਵੀ ਸਾਹਮਣੇ ਹੀ ਵੋਟਾਂ ਪਾਈਆਂ ਜਾਂਦੀਆਂ ਹਨ ਅਤੇ ਸਰਕਾਰ ਬਣਾਈ ਜਾਂਦੀ ਹੈ। ਲੋਕਤੰਤਰੀ ਸਮਾਜ ਵਿੱਚ ਕਾਨੂੰਨ ਦੀ ਨਜ਼ਰ ਵਿੱਚ ਅਮੀਰ ਗਰੀਬ ਆਦਮੀ ਔਰਤ ਸਭ ਬਰਾਬਰ ਹਨ, ਕਿਉਂਕਿ ਲੋਕਤੰਤਰੀ ਸਮਾਜ ਜਿੱਦਾਂ ਜਿੱਦਾਂ ਵਧਿਆ ਅਤੇ ਕਾਨੂੰਨ ਦਾ ਸ਼ਾਸਨ ਅਤੇ ਸਮਾਨਤਾ ਦੀ ਧਾਰਨਾ ਇਸ ਦਾ ਵੀ ਵਿਸਤਾਰ ਹੋਇਆ। ਸਭ ਸਮਾਜਿਕ ਆਰਥਿਕ ਪੱਖੋਂ ਬਰਾਬਰ ਹਨ। ਠੀਕ ਹੈ। ਲੋਕਤੰਤਰੀ ਸਰਕਾਰ ਇੱਕ ਕਿਸਮ ਦੀ ਨਹੀਂ, ਸਗੋਂ ਇਹ ਇੱਕ ਜੀਵਨ ਜਾਂਚ ਹੈ। ਲੋਕਤੰਤਰੀ ਸਰਕਾਰ ਦੇ ਰੂਪਾਂ ਬਾਰੇ ਡਿਸਕਸ ਕਰਦੇ ਹਾਂ ਬੇਟਾ। ਤਾਂ ਸਭ ਤੋਂ ਪਹਿਲਾਂ ਹੈਗਾ ਪ੍ਰਧਾਨਾਤਮਕ ਸਰਕਾਰ, ਅਤੇ ਇਸ ਦਾ ਇੱਕ ਦੂਸਰੀ ਕਿਸਮ ਹੈ ਸੰਸਦਾਤਮਕ ਸਰਕਾਰ। ਮੈਂ ਇਸ ਦੇ ਬਾਰੇ ਵਿੱਚ ਵੀ ਤੁਹਾਨੂੰ ਦੱਸਾਂਗਾ। ਇੱਕ ਰੂਪ ਹੋਰ ਹੈ ਲੋਕਤੰਤਰੀ ਸਰਕਾਰ ਦਾ, ਇਕਾਤਮਕ ਸਰਕਾਰ ਅਤੇ ਸੰਘਾਤਮਕ ਸਰਕਾਰ। ਪ੍ਰਧਾਨਾਤਮਕ ਸਰਕਾਰ ਦੀ ਸਭ ਤੋਂ ਵੱਡੀ ਉਦਾਹਰਣ ਹੈ ਅਮਰੀਕਾ, ਜਿੱਥੇ ਦੇਸ਼ ਦਾ ਮੁਖੀ ਜਿਹੜਾ ਹੁੰਦਾ ਹੈ ਉਸ ਦੇ ਹੱਥ ਵਿੱਚ ਹੀ ਸਾਰੀਆਂ ਸ਼ਕਤੀਆਂ ਹੁੰਦੀਆਂ ਹਨ। ਅਤੇ ਸੰਸਦਾਤਮਕ ਸਰਕਾਰ ਜਿਸ ਤਰ੍ਹਾਂ ਇੰਗਲੈਂਡ ਵਿੱਚ ਹੈ ਜਾਂ ਭਾਰਤ ਵਿੱਚ ਹੈ, ਜਿੱਥੇ ਦੇਸ਼ ਨੂੰ ਚਲਾਉਣ ਦੀ ਸਰਵੋੱਚ ਸ਼ਕਤੀ ਜਿਹੜੀ ਹੈ ਸੰਸਦ ਦੇ ਹੱਥ ਵਿੱਚ ਹੁੰਦੀ ਹੈ। ਤੋ ਇਕਾਤਮਕ ਸਰਕਾਰ, ਇਸ ਦਾ ਰੂਪ ਜਿਵੇਂ ਇੱਕ ਐਗਜ਼ਾਮਪਲ ਇੰਗਲੈਂਡ ਦੀ ਹੈ ਅਤੇ ਸੰਘਾਤਮਕ ਸਰਕਾਰ ਦੀ ਉਦਾਹਰਣ ਅਮਰੀਕਾ ਦੀ। ਇਕਾਤਮਕ ਸਰਕਾਰ ਦੇ ਵਿੱਚ ਸਾਰੀਆਂ ਸ਼ਕਤੀਆਂ ਕੇਂਦਰ ਦੇ ਹੱਥਾਂ ਵਿੱਚ ਕੇਂਦਰਿਤ ਹੁੰਦੀਆਂ ਹਨ, ਜਦਕਿ ਸੰਘਾਤਮਕ ਸਰਕਾਰ ਦੇ ਵਿੱਚ ਜਿਹੜੀਆਂ ਸ਼ਕਤੀਆਂ ਇਸ ਦੀ ਵੰਡ ਰਾਜਾਂ ਵਿੱਚ ਕਰ ਦਿੱਤੀ ਜਾਂਦੀ ਹੈ ਅਤੇ ਕੁਝ ਸ਼ਕਤੀਆਂ ਕੇਂਦਰ ਆਪਣੇ ਹੱਥਾਂ ਵਿੱਚ ਰੱਖ ਲੈਂਦਾ ਹੈ। ਅਤੇ ਅਸੀਂ ਹੁਣ ਇਹਨਾਂ ਦੇ ਅਨੁਸਾਰ ਹੀ ਕੁਝ ਪ੍ਰਸ਼ਨਾਂ ਦਾ ਅਭਿਆਸ ਕਰਦੇ ਹਾਂ। ਕਿਹੜੇ ਦੇਸ਼ ਵਿੱਚ ਅਜੇ ਵੀ ਸਿੱਧਾ ਲੋਕਤੰਤਰ ਹੈ? ਹੁਣੇ ਤੁਸੀਂ ਹਾਈਲਾਈਟਿਡ ਲਾਈਨ ਇੱਕ ਪੜ੍ਹੀ ਸੀ, ਯੈਸ, ਸਵਿਟਜ਼ਰਲੈਂਡ। ਸਵਿਟਜ਼ਰਲੈਂਡ ਇੱਕਮਾਤਰ ਦੇਸ਼ ਰਹਿ ਗਿਆ ਸੰਸਾਰ ਦਾ ਜਿੱਥੇ ਅਜੇ ਵੀ ਸਿੱਧਾ ਲੋਕਤੰਤਰ ਹੈ। ਸਮਾਨਤਾ ਦੀ ਧਾਰਨਾ ਦੇ ਵਿਕਾਸ ਬਾਰੇ ਦੱਸੋ। ਬੇਟਾ ਸਮਾਨਤਾ ਤਾਂ ਲੋਕਤੰਤਰ ਦੇ ਨਾਲ ਨਾਲ ਹੀ ਚੱਲਣ ਵਾਲਾ ਇੱਕ ਮਹੱਤਵਪੂਰਨ ਧਾਰਨਾ ਹੈ ਕਿ ਲੋਕਤੰਤਰ ਦੇ ਵਿੱਚ ਸਾਰਿਆਂ ਨੂੰ ਸਮਾਨ ਮੌਕੇ ਦਿੱਤੇ ਜਾਂਦੇ ਨੇ ਅੱਗੇ ਵਧਣ ਦੇ, ਅਤੇ ਸਮਾਨ ਰੂਪ ਦੇ ਵਿੱਚ ਸਰਕਾਰ ਦੇ ਵਿੱਚ ਭਾਗੀਦਾਰੀ ਕੀਤੀ ਜਾਂਦੀ ਹੈ। ਤੀਸਰਾ ਹੈ ਲੋਕਤੰਤਰ ਦੇ ਹੋਂਦ ਵਿੱਚ ਆਉਣ ਬਾਰੇ ਸੰਖੇਪ ਵਿੱਚ ਨੋਟ ਲਿਖੋ। ਤਾਂ ਯੂਨਾਨ ਦਾ ਇੱਕ ਸ਼ਹਿਰ ਐਥਨਸ, ਉੱਥੋਂ ਹੀ ਮੰਨਿਆ ਜਾਂਦਾ ਹੈ ਕਿ ਲੋਕਤੰਤਰ ਦੀ ਸ਼ੁਰੂਆਤ ਹੋਈ ਅਤੇ ਹੌਲੀ ਹੌਲੀ ਰਾਜਤੰਤਰ ਸਾਰਿਆਂ ਦੇਸ਼ਾਂ ਦੇ ਵਿੱਚ ਅਲੋਪ ਹੁੰਦਾ ਗਿਆ ਅਤੇ ਲੋਕਤੰਤਰ ਸਰਕਾਰ ਦੀ ਸਫਲਤਾ ਦੇ ਕਾਰਨ ਲੋਕਤੰਤਰ ਹਰ ਦੇਸ਼ ਵਿੱਚ ਕਾਇਮ ਹੁੰਦਾ ਗਿਆ, ਭਾਵੇਂ ਉਸ ਦਾ ਰੂਪ ਕੋਈ ਵੀ ਹੋਵੇ। ਬਹੁ ਵਿਕਲਪੀ ਪ੍ਰਸ਼ਨ ਦੇਖਦੇ ਹਾਂ ਬੇਟਾ। ਆਧੁਨਿਕ ਯੁੱਗ ਵਿੱਚ ਕਿਸ ਸਰਕਾਰ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ? ਸੋ ਅੱਜ ਦੇ ਸਮੇਂ ਲੋਕਤੰਤਰੀ ਸਰਕਾਰ ਸਰਵੋਤਮ ਹੈ। ਤਾਨਾਸ਼ਾਹੀ ਜਾਂ ਸੈਨਿਕ ਸ਼ਾਸਨ ਜਿਹੜਾ ਹੈ ਇਹ ਹੁਣ ਖਤਮ ਹੋ ਚੁੱਕਾ ਹੈ। ਸੋ ਪਿਆਰੇ ਵਿਦਿਆਰਥੀਓ, ਇਹਨਾਂ
ਅੱਜ ਦੇ ਟੌਪਿਕ ਨੂੰ ਤੁਸੀਂ 2-3 ਵਾਰ ਰਿਵਾਈਜ਼ ਕਰ ਲਓ, ਇਹਨਾਂ ਨੂੰ ਪੜ੍ਹ ਲਓ, ਅਭਿਆਸ ਦੇ ਪ੍ਰਸ਼ਨ ਆਪਣੀ ਨੋਟਬੁੱਕ 'ਤੇ ਨੋਟ ਕਰ ਲਓ ਅਤੇ ਕੱਲ੍ਹ ਦੀ ਡੇਲੀ ਡੋਜ਼ ਲੈ ਕੇ ਕੱਲ੍ਹ ਫਿਰ ਹਾਜ਼ਰ ਹੋਊਂਗਾ। ਅਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ।